There are certain lenders who will use average of last 2 years to qualify. Though that's where the financing gets a little bit creative. ਪਰ ਕੈਨੇਡੀਅਨ ਸਿਟੀਜ਼ਨ ਨੂੰ US ਬੈਂਕ ਮਾਰਗੇਜ ਦਿੰਦੇ? ਮੰਨ ਲਓ ਤੁਹਾਡਾ TD ਕੈਨੇਡਾ ਦੇ ਵਿੱਚ ਅਕਾਊਂਟ ਹੈਗਾ, ਇਟਸ ਅ ਕੈਨੇਡੀਅਨ ਡਾਲਰ ਅਕਾਊਂਟ, ਤੁਸੀਂ TD US ਡਾਲਰ ਅਕਾਊਂਟ ਵੀ ਖੁਲਾ ਸਕਦੇ ਹੋ ਬੀਇੰਗ ਅ TD ਕੈਨੇਡੀਅਨ ਕਸਟਮਰ। ਉੱਥੇ ਜੇ ਤੁਸੀਂ ਹੁਣ ਇਨਵੈਸਟਮੈਂਟ ਪ੍ਰੋਪਰਟੀ ਲੈ ਰਹੇ ਹੋ, ਉਹਦੇ ਆਲਮੋਸਟ 2.5% ਆਫ ਦ ਫੇਅਰ ਮਾਰਕੀਟ ਵੈਲਿਊ ਉਹਦੇ ਟੈਕਸਿਸ ਹੋ ਸਕਦੇ ਆ, ਐਂਡ ਦਿਸ ਕਮਸ ਐਜ਼ ਅ ਬਿਗ ਸਰਪ੍ਰਾਈਜ਼ ਟੂ ਮੈਨੀ। ਇੱਕ ਅਗਲਾ ਸਵਾਲ ਇਹ ਵੀ ਆਉਂਦਾ, ਤੁਸੀਂ ਫਾਈਨੈਂਸਿੰਗ ਦੀ ਗੱਲ ਕੀਤੀ, ਪ੍ਰੋਪਰਟੀ ਤੁਸੀਂ US 'ਚ ਲੈਣੀ ਹੈ, ਹਾਂਜੀ, ਫਾਈਨੈਂਸਿੰਗ ਕਿੱਥੋਂ ਹੋਏਗੀ, ਫਿਰ ਕਿਵੇਂ ਹੋਣਾ? ਜਦੋਂ ਆਪਾਂ US ਸਾਈਡ ਦੀ ਗੱਲ ਕਰਦੇ ਹਾਂ, ਅਪਸਟੇਟ ਨਿਊਯਾਰਕ ਦੀ, ਆਲ ਡੀਲਸ ਆਰ ਸਬਜੈਕਟ ਟੂ ਫਾਈਨੈਂਸ ਅਪਰੂਵਲ। ਇੱਥੇ ਮੈਂ ਦੇਖਿਆ ਵੀ ਕਾਫੀ ਇਨਵੈਸਟਰ ਨਾ ਥੋੜ੍ਹੇ ਜਿਹੇ ਕਨਫਿਊਜ਼ ਹੋ ਜਾਂਦੇ ਆ ਵੀ ਹਾਊ ਡੂ ਆਈ ਚੂਜ਼ ਦ ਰਾਈਟ ਪ੍ਰੋਪਰਟੀ। ਕਿ ਨਾ ਡਰ ਲੱਗਦਾ ਰਹਿੰਦਾ ਜਦੋਂ ਕਿਤੇ ਰੀਅਲ ਸਟੇਟ ਦੀ ਗੱਲ ਹੁੰਦੀ ਹੈ, ਇਨਵੈਸਟਮੈਂਟ ਦੀ ਗੱਲ ਹੁੰਦੀ ਹੈ, ਕਿ ਕਿਤੇ ਇਹ ਨਾ ਹੋਵੇ ਕਿ ਲੋਕ ਫਿਰ ਫਸ ਜਾਣ ਚੱਕਰਾਂ 'ਚ, ਤੇ ਹੁਣ US ਦੇ ਚੱਕਰਾਂ 'ਚ ਨਾ ਫਸ ਜਾਣ। ਕੰਮ ਚਲਾਊ ਐਡਵਾਈਜ਼ਰ ਨਾਲ ਜੇ ਤੁਸੀਂ ਇਹੋ ਜਿਹਾ ਕੰਮ ਕਰੋਗੇ ਜਿਵੇਂ ਇੱਥੇ ਅਸੀਂ ਕਰਦੇ ਰਹੇ ਹਾਂ, ਨਹੀਂ ਜੀ ਉਹ ਨਹੀਂ ਚੱਲਣਾ ਕੰਮ, ਤੇ ਉਹਦੇ 'ਚ ਫਿਰ ਤੁਸੀਂ ਫਸ ਸਕਦੇ ਹੋ। ਤੇ ਪਹਿਲਾਂ ਕੈਪੀਟਲ ਗੇਨ ਟੈਕਸ ਤੁਸੀਂ ਉੱਥੇ ਦਓਗੇ, ਹਾਂਜੀ, ਜੇ ਫਿਰ ਇੱਥੇ ਲੈ ਕੇ ਆਓਗੇ ਇੱਥੇ ਤੇ ਟੈਕਸ ਅਲੱਗ ਹੋਣਗੇ। ਹੁਣ ਅਸੀਂ ਜੋ ਗੱਲਬਾਤ ਕਰਨੀ ਹੈ, ਪਿਛਲੇ ਸਮੇਂ ਤੋਂ ਅਸੀਂ ਇੱਕ ਰੁਝਾਨ ਦੇਖਿਆ ਜਦੋਂ ਤੋਂ ਕੈਨੇਡੀਅਨ ਇਕੋਨਮੀ ਨੂੰ ਲੈ ਕੇ ਥੋੜ੍ਹੇ ਸ਼ੰਕੇ ਪੈਦਾ ਹੋਏ ਨੇ, ਜਾਂ ਇੱਥੇ ਮਹਿੰਗਾਈ ਹੋ ਗਈ ਹੈ, ਰੀਅਲ ਸਟੇਟ ਦਾ ਜੋ ਕ੍ਰਾਈਸਿਸ ਹੈ, ਕਿ US ਜਾਣ ਵਾਲਿਆਂ ਦੀ ਗਿਣਤੀ ਵਧੀ ਹੈ, ਨਾ ਸਿਰਫ ਉੱਥੇ ਰਹਿਣ ਲਈ ਬਲਕਿ ਜਿਹੜੀ ਇਨਵੈਸਟਮੈਂਟ ਦੇ ਪੱਖ ਤੋਂ ਵੀ ਬਹੁਤ ਸਾਰੇ ਲੋਕ US ਇਨਵੈਸਟ ਕਰ ਰਹੇ ਨੇ ਜਾਂ ਇਨਵੈਸਟ ਕਰਨ ਨੂੰ ਤਰਜੀਹ ਦੇ ਰਹੇ ਨੇ। ਅਤੇ US ਇਨਵੈਸਟ ਕਰਨਾ ਜੇ ਉਂਝ ਹੀ ਇੱਕ ਆਮ ਜੋ ਗੱਲਬਾਤ ਚੱਲਦੀ ਹੈ ਪਾਪੂਲਰ ਸਟਾਈਲ 'ਚ, ਉਹਦੇ ਨਾਲ ਤਾਂ ਈਜ਼ੀ ਲੱਗ ਸਕਦਾ ਕਿਸੇ ਨੂੰ, ਪਰ ਜਿਹੜਾ ਕ੍ਰਾਸ ਬਾਰਡਰ ਇਨਵੈਸਟਮੈਂਟ ਹੈ ਜਾਂ ਟਰਾਂਜੈਕਸ਼ਨਸ ਨੇ, ਉਹਨਾਂ ਦੀਆਂ ਬਹੁਤ ਸਾਰੀਆਂ ਲੀਗਲ ਇੰਪਲੀਕੇਸ਼ਨਸ ਨੇ। ਇਸ ਕਰਕੇ ਜੇ ਤੁਸੀਂ ਕਿਸੇ ਇਹੋ ਜਿਹੇ ਬੰਦੇ ਦੀ ਸਲਾਹ ਦੇ ਉੱਤੇ, ਜਿਹਨੂੰ ਇਹਨਾਂ ਦਾ ਨਹੀਂ ਪਤਾ, ਇਹੋ ਜਿਹੀਆਂ ਗਲਤੀਆਂ ਕਰ ਸਕਦੇ ਹਾਂ ਅਸੀਂ, ਅਤੇ ਇਹ ਉਸੇ ਤਰ੍ਹਾਂ ਦੀਆਂ ਗਲਤੀਆਂ ਹੋਣਗੀਆਂ ਜਿਸ ਤਰ੍ਹਾਂ ਦੀਆਂ ਰੀਅਲ ਸਟੇਟ 'ਚ ਅਸੀਂ ਇੱਥੇ ਕੀਤੀਆਂ ਨੇ। ਸੋ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਜਿਹੜੀਆਂ ਲੀਗਲ ਇੰਪਲੀਕੇਸ਼ਨਸ ਨੇ ਉਹਨਾਂ ਨੂੰ ਸਮਝਿਆ ਜਾਏ ਕ੍ਰਾਸ ਬਾਰਡਰ ਜਦੋਂ ਅਸੀਂ ਇਨਵੈਸਟਮੈਂਟ ਕਰਦੇ ਹਾਂ। ਅਤੇ ਇਹਦੇ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਗੁਰਸ਼ਰਨ ਜੀ ਨੇ, ਗੁਰਸ਼ਰਨ ਸਿੰਘ। ਇਹਨਾਂ ਦਾ ਇਸ ਸੈਕਟਰ ਨਾਲ ਵਾਹ ਹੈ ਅਤੇ US ਦੀ ਮਾਰਕੀਟ ਨੂੰ ਅਤੇ ਕ੍ਰਾਸ ਬਾਰਡਰ ਜਿਹੜੀਆਂ ਟਰਾਂਜੈਕਸ਼ਨਸ ਨੇ ਇਹਨਾਂ ਨੂੰ ਇਹ ਸਮਝਦੇ ਨੇ। ਆਪਣੇ ਐਕਸਪੀਰੀਅੰਸ 'ਚੋਂ ਕੁਛ ਗੱਲਾਂ ਇਹ ਸਾਡੇ ਨਾਲ ਸ਼ੇਅਰ ਕਰਨਗੇ। ਗੁਰਸ਼ਰਨ ਜੀ, ਬਹੁਤ ਬਹੁਤ ਥੈਂਕ ਯੂ ਸ਼ਮੀਲ ਜੀ, ਐਂਡ ਗੁੱਡ ਮਾਰਨਿੰਗ ਟੂ ਆਲ ਦ ਲਿਸਨਰਸ। ਅਤੇ ਅਸੀਂ ਕੋਈ ਲੀਗਲ ਐਡਵਾਈਸ ਤਾਂ ਨਹੀਂ ਦੇ ਰਹੇ, ਪਰ ਜਿਹੜੀ ਪ੍ਰੈਕਟੀਕਲ ਚੈਲੰਜਸ ਨੇ ਜਿਹੜੇ ਤੁਸੀਂ ਆਪਣੇ ਕੰਮਕਾਰ ਦੌਰਾਨ ਦੇਖੇ ਨੇ, ਤੁਸੀਂ ਸ਼ੇਅਰ ਕਰੋਗੇ ਕੁਛ? ਹਾਂਜੀ ਬਿਲਕੁਲ ਸ਼ਮੀਲ ਜੀ। ਸੋ ਅਗੇਨ ਫੁੱਲ ਡਿਸਕਲੇਮਰ, ਆਈ ਐਮ ਨਾਟ ਅ ਟੈਕਸ ਅਕਾਊਂਟੈਂਟ, ਨੋ ਲੀਗਲ ਐਡਵਾਈਸ, ਬਟ ਮੈਂ ਆਪਣੇ ਸਿਰਫ ਐਕਸਪੀਰੀਅੰਸ ਤੋਂ ਸ਼ੇਅਰ ਕਰ ਸਕਦਾ ਇਨ ਟੂਡੇਜ਼ ਐਪੀਸੋਡ ਵੀ ਕੀ ਚੈਲੰਜਸ ਆਉਂਦੇ ਆ। ਕੋਈ ਇਨਵੈਸਟਰ ਜਿਹੜਾ ਕੈਨੇਡੀਅਨ ਹੈਗਾ, ਦੇ ਆਰ ਲੁਕਿੰਗ ਟੂ ਇਨਵੈਸਟ ਇਨ ਦ US, ਕੀ ਸਵਾਲ ਉਹਨਾਂ ਦੇ ਆਉਂਦੇ ਆ। ਸੋ ਜਸਟ ਟਰਾਈ ਟੂ ਆਨਸਰ ਦੋਜ਼ ਕੁਐਸਚਨਸ ਐਂਡ ਗਿਵ ਦੈਮ ਅ ਜਨਰਲ ਸੈਂਸ ਵੀ ਕੀ ਚੀਜ਼ਾਂ ਲਈ ਅਵੇਅਰ ਹੋਣਾ ਚਾਹੀਦਾ ਹੈ ਨਾ। ਸੋ let's take a simple scenario. As a Canadian, you are evaluating US market ਤੇ ਤੁਸੀਂ ਉਹਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ, ਅਤੇ ਜੇ ਆਪਾਂ ਉਸ ਚੀਜ਼ ਨੂੰ ਬ੍ਰੇਕ ਡਾਊਨ ਕਰੀਏ ਫਰੋਮ ਆਲ ਦ ਵੇ ਫਰੋਮ ਬ੍ਰਿੰਗਿੰਗ ਫੰਡਸ ਇਨ ਟੂ ਦ US, ਉਹ ਤੁਸੀਂ ਕਿੱਦਾਂ ਲੈ ਕੇ ਆਉਣੇ ਆ, ਬੈਂਕ ਅਕਾਊਂਟ ਖੁਲਾਉਣਾ ਹੈ, ਕੀ ਚੈਲੰਜਸ ਆਉਂਦੇ ਆ ਉਹਦੇ ਵਿੱਚ, ਫਿਰ ਰਾਈਟ ਪ੍ਰੋਪਰਟੀ ਤੁਸੀਂ ਲੱਭਣੀ, ਉਹਨੂੰ ਕਿਸ ਸਟਰਕਚਰ ਦੇ ਵਿੱਚ ਤੁਸੀਂ ਉਹਨੂੰ ਸੈਟਅਪ ਕਰਨਾ, ਪਰਸਨਲ ਨਾਮ 'ਚ ਕਰੋ ਜਾਂ LLC ਬਣਾ ਕੇ ਕਰੋ ਜਾਂ ਓਨਟੇਰੀਓ ਕਾਰਪੋਰੇਸ਼ਨ 'ਚ ਕਰੋ, ਉਹਦੇ ਕੀ ਇੰਪਲੀਕੇਸ਼ਨਸ ਹੋ ਸਕਦੇ ਆ। ਫਿਰ ਉਸ ਤੋਂ ਬਾਅਦ ਜਦੋਂ ਵੇਚਣ ਦੀ ਗੱਲ ਆਉਂਦੀ ਹੈ ਵੀ ਉਹਦੇ ਵਿੱਚ ਟੈਕਸ ਇੰਪਲੀਕੇਸ਼ਨਸ ਕੀ ਹੋ ਸਕਦੇ ਆ, CRA ਦੀ ਕੀ ਓਬਲੀਗੇਸ਼ਨਸ ਹੋ ਸਕਦੀਆਂ ਤੁਹਾਡੀਆਂ। ਸੋ ਆਈ ਟਰਾਈ ਟੂ ਕਵਰ as much as I can share in this episode in these different segments, so at least the listeners can get an idea. ਬਿਲਕੁਲ, ਅਤੇ ਆਪਾਂ ਸ਼ੁਰੂ ਕਰਦੇ ਹਾਂ ਮਤਲਬ ਪਹਿਲੇ ਸਟੈਪ ਤੋਂ ਸ਼ੁਰੂ ਕਰਦੇ ਹਾਂ। ਹਾਂਜੀ, ਬ੍ਰਿੰਗਿੰਗ ਫੰਡਸ ਇਨ ਟੂ ਦ US, ਰਾਈਟ। ਪਹਿਲਾਂ ਤਾਂ ਇਹੀ ਕੰਮ ਹੋਊਗਾ ਵੀ ਐਜ਼ ਅ ਕੈਨੇਡੀਅਨ ਤੁਹਾਡੇ ਕੋਲ ਜੋ ਵੀ ਫੰਡਸ ਹੈਗੇ ਆ, ਦ ਫਰਸਟ ਸਟੈਪ ਇਜ਼ ਵੀ ਆਪਾਂ ਉਹਨੂੰ ਕੈਨੇਡੀਅਨ ਫੰਡਸ ਨੂੰ ਉੱਧਰ ਕਿਵੇਂ ਲੈ ਕੇ ਜਾਣਾ। ਵੈਰੀ ਸਿੰਪਲ ਆਨਸਰ ਟੂ ਦੈਟ ਇਜ਼ ਵੀ ਆਪਾਂ ਉੱਥੇ ਜਾ ਕੇ ਬੈਂਕ ਅਕਾਊਂਟ ਖੁਲਾ ਸਕਦੇ ਹਾਂ। ਯੂ ਵਾਕ ਇਨ ਟੂ ਅ ਬੈਂਕ ਆਫ ਅਮੈਰੀਕਾ ਬ੍ਰਾਂਚ, ਅਤੇ ਉਹਨਾਂ ਨੂੰ ਕਹੋ ਵੀ ਸਾਡਾ ਅਕਾਊਂਟ ਖੁਲਾ ਦਿਓ, ਉੱਥੇ ਹੀ ਚੈਲੰਜ ਆ ਜਾਣਾ ਤੁਹਾਨੂੰ। ਬਿਕੋਜ਼ ਉਹ ਦੋ ਚੀਜ਼ਾਂ ਮੰਗਦੇ ਆ, ਇੱਕ ਤਾਂ ID ਪ੍ਰੂਫ ਹੋ ਗਿਆ, ਓਕੇ ਯੂ ਵਿਲ ਹੈਵ ਅ ਪਾਸਪੋਰਟ, ਨੋ ਪ੍ਰੋਬਲਮ, ਬਟ ਉਹ ਮੰਗਦੇ ਆ US ਫਿਜ਼ੀਕਲ ਐਡਰੈਸ ਚਾਹੀਦਾ। ਹੁਣ ਐਜ਼ ਅ ਕੈਨੇਡੀਅਨ ਉਹ ਤੁਹਾਡੇ ਕੋਲ ਹੋਊਗਾ ਨਹੀਂ,
There are ways around that, but ਉੱਥੇ ਤੁਹਾਨੂੰ ਇੱਕ challenge ਆ ਜਾਊਗਾ. So the best solution that I have seen clients do, or TD ਨਾਲ ਕੰਮ ਕਰਦੇ ਆ. TD Canada ਦੇ ਵਿੱਚ ਉਹਨਾਂ ਕੋਲ already account ਹੈਗਾ. They will allow you to open an account on TD US side. ਇਹ ਬਿਲਕੁਲ 2 different entities ਹੈ. ਆਪਣੇ ਕਈ ਵਾਰੀ ਕੈਨੇਡੀਅਨਸ ਕਨਫਿਊਜ਼ ਹੋ ਜਾਂਦੇ ਆ. ਸੋ ਜਸਟ ਟੂ ਸਿੰਪਲੀਫਾਈ ਦੈਟ ਅ ਲਿਟਲ ਬਿਟ, ਮੰਨ ਲਓ ਤੁਹਾਡਾ TD ਕੈਨੇਡਾ ਦੇ ਵਿੱਚ ਅਕਾਊਂਟ ਹੈਗਾ, ਇਟਸ ਅ ਕੈਨੇਡੀਅਨ ਡਾਲਰ ਅਕਾਊਂਟ. ਤੁਸੀਂ TD US ਡਾਲਰ ਅਕਾਊਂਟ ਵੀ ਖੁਲਾ ਸਕਦੇ ਹੋ ਬੀਇੰਗ ਅ TD ਕੈਨੇਡੀਅਨ ਕਸਟਮਰ. ਬਟ ਇਟਸ ਹੋਰ ਬੈਂਕ ਵੀ ਕਰਦੇ, RBC ਵੀ ਕਰਦੇ ਆ, ਬਟ ਦੈਟਸ ਓਨਲੀ ਔਨ ਦ ਕੈਨੇਡੀਅਨ ਸਾਈਡ. ਤੁਸੀਂ TD ਨਾਲ ਟਾਈ ਅਪ ਕਰਕੇ TD US ਦੇ ਵਿੱਚ ਅਕਾਊਂਟ ਖੁਲਾਉਣਾ. ਸੋ ਯੂ ਕੈਨ ਡੂ ਅ ਕ੍ਰਾਸ ਬਾਰਡਰ ਬੈਂਕਿੰਗ, ਤਾਂ ਕਿ ਤੁਸੀਂ ਫੰਡ ਇੱਥੋਂ ਟ੍ਰਾਂਸਫਰ ਕਰਕੇ US ਵਾਲੀ ਸਾਈਡ 'ਤੇ ਤੁਸੀਂ ਲੈ ਕੇ ਜਾ ਸਕੋ. ਸੋ ਦੈਟਸ ਵਾਟ ਆਈ ਹੈਵ ਸੀਨ ਇਜ਼ ਦ ਈਜ਼ੀਐਸਟ ਵੇ ਦੈਟ ਪੀਪਲ ਹੈਵ ਡਨ ਇਜ਼ ਟੂ ਓਪਨ ਇਟ ਇਨ TD. ਐਂਡ ਐਜ਼ ਲੌਂਗ ਐਜ਼ ਯੂ ਹੈਵ ਫਰੈਂਡਸ, ਫੈਮਿਲੀ, ਤੁਸੀਂ ਉਹਨਾਂ ਦਾ ਫਿਜ਼ੀਕਲ ਐਡਰੈਸ ਦੇ ਕੇ ਕਿਸੇ ਹੋਰ ਬੈਂਕ ਅਕਾਊਂਟ 'ਚ ਵੀ ਖੁਲਾ ਸਕਦੇ ਹੋ ਅਕਾਊਂਟ. ਬਟ ਵਾਟ ਆਈ ਹੈਵ ਸੀਨ ਇਜ਼ TD ਇਜ਼ ਫਲੈਕਸੀਬਲ ਔਨ ਦੀਸ ਟਰਮਸ, ਹੈ ਨਾ. ਸੋ ਦੈਟਸ ਵਨ ਵੇ ਟੂ ਗੈਟ ਅਰਾਊਂਡ ਦਿਸ ਇਸ਼ੂ. ਸੈਕਿੰਡ, ਆਪਾਂ ਗੱਲ ਕਰੀਏ ਵੀ ਫਾਈਂਡਿੰਗ ਦ ਪ੍ਰੋਪਰਟੀ ਦੈਟ ਮੀਟਸ ਦ ਰਿਕੁਆਇਰਮੈਂਟ. ਇੱਥੇ ਇੱਕ ਬੜਾ ਵੱਡਾ ਚੈਲੰਜ ਆਉਂਦਾ. ਸਭ ਤੋਂ ਵੱਡਾ ਜਿਹੜਾ ਇਸ਼ੂ ਆਉਂਦਾ ਉਹ ਪ੍ਰੋਪਰਟੀ ਟੈਕਸ ਦਾ ਆਉਂਦਾ. ਆਪਾਂ ਨੂੰ ਇੱਥੇ ਹੁਣ ਆਦਤ ਹੈ ਵੀ ਪ੍ਰੋਪਰਟੀ ਟੈਕਸ ਆਪਾਂ ਜਿਹੜੇ ਦੇਖਦੇ ਹਾਂ $1 million ਦੀ ਜੇ ਆਪਾਂ ਪ੍ਰੋਪਰਟੀ ਲਈਏ ਤਾਂ ਉਹਦਾ ਟਿਪੀਕਲ ਟੈਕਸ ਇਜ਼ ਸਮਵੇਅਰ ਇਨ ਦ $5,000 like $6,000, you know, somewhere around maybe $7,000 most. ਉੱਥੇ ਜੇ ਤੁਸੀਂ ਹੁਣ ਇਨਵੈਸਟਮੈਂਟ ਪ੍ਰੋਪਰਟੀ ਲੈ ਰਹੇ ਹੋ, ਉਹਦੇ almost 2.5% of the fair market value ਉਹਦੇ ਟੈਕਸਿਸ ਹੋ ਸਕਦੇ ਆ. ਐਂਡ ਦਿਸ ਕਮਜ਼ ਐਜ਼ ਅ ਬਿਗ ਸਰਪ੍ਰਾਈਜ਼ ਟੂ ਮੈਨੀ ਇਨਵੈਸਟਰਸ. ਵੀ ਜੇ 5 ਲੱਖ ਦੀ ਕੋਈ ਪ੍ਰੋਪਰਟੀ ਲੈ ਰਿਹਾ ਤਾਂ ਉਹਦਾ 12-13 ਹਜ਼ਾਰ ਟੈਕਸ ਹੋਣਾ ਕੋਈ ਵੱਡੀ ਗੱਲ ਨਹੀਂ ਹੈ. ਨਾਓ ਆਮ ਜਸਟ ਟਾਕਿੰਗ ਲਾਈਕ ਅਪਸਟੇਟ ਨਿਊਯਾਰਕ, ਹੈ ਨਾ. ਬਾਕੀ ਸਟੇਟਸ ਡਿਫਰੈਂਟ ਹੋ ਸਕਦੀਆਂ. ਆਮ ਜਸਟ ਸ਼ੇਅਰਿੰਗ ਮਾਈ ਐਕਸਪੀਰੀਅੰਸਿਸ ਫਰੋਮ ਬੀਇੰਗ ਇਨ ਅਪਸਟੇਟ ਨਿਊਯਾਰਕ. ਸੋ ਇੰਨਾ ਟੈਕਸ ਹੋਣਾ, ਐਂਡ ਯੂ ਨੋ ਆਪਾਂ ਇਸ ਚੀਜ਼ ਨੂੰ ਇੰਨਾ ਸਮਝਦੇ ਨਹੀਂ ਇੱਥੇ. ਉਹ ਤਾਂ ਚਲੋ ਘੱਟ ਹੈ. ਬੇਸਿਕਲੀ ਉਹ ਇਸ ਕਰਕੇ ਵੀ ਹੈ ਕਿ ਉਹ ਜਿਹੜੀ ਪ੍ਰੋਪਰਟੀ ਨੂੰ ਇਨਵੈਸਟਮੈਂਟ ਦੇ ਟੂਲ ਦੇ ਤੌਰ 'ਤੇ ਵਰਤਣਾ, ਹਾਂਜੀ, ਥੋੜ੍ਹਾ ਜਿਹਾ ਡਿਸਕਰੇਜ ਵੀ ਕਰਨਾ ਚਾਹੁੰਦੇ. ਨਹੀਂ, ਉਹ ਡਿਸਕਰੇਜਮੈਂਟ ਦਾ ਇਸ ਤਰ੍ਹਾਂ ਨਹੀਂ ਹੈ, ਬਟ ਉਹਨਾਂ ਦਾ ਦੈਟਸ ਅ ਸੋਰਸ ਆਫ ਰੈਵਨਿਊ ਫॉर ਦੈਮ. ਆਪਾਂ ਵੀ ਜੇ ਦੇਖੀਏ ਆਪਣੇ ਵੀ ਇੱਥੇ ਪ੍ਰੋਪਰਟੀ ਟੈਕਸ ਹਾਈ ਹੋ ਸਕਦੇ ਆ, ਬਟ ਜਦੋਂ ਤੁਸੀਂ ਕਦੇ ਐਮਪੈਕ ਦੀ ਰਿਪੋਰਟ ਜਾ ਕੇ ਦੇਖੋ, ਉਹ ਜਿਹੜੀ ਅਸੈਸਡ ਵੈਲਿਊ ਯੂਜ਼ ਕਰਦੇ ਆ ਉਹ ਤਾਂ ਪਿੱਛੇ 4 ਸਾਲ ਪਿੱਛੇ ਚੱਲ ਰਹੀ ਹੈ. ਜੇ $1 million ਦੀ ਪ੍ਰੋਪਰਟੀ ਅੱਜ ਵਿਕ ਰਹੀ ਹੈ, ਉਹਦੇ ਵਿੱਚ ਜਿਹੜੀ ਅਸੈਸਡ ਵੈਲਿਊ ਉਹਨਾਂ ਨੇ ਰੱਖੀ ਹੋਈ ਹੈ ਉਹ ਤਾਂ ਆਲਮੋਸਟ 4-5 ਸਾਲ ਪਿੱਛੇ ਹੈ. ਮਿਲੀਅਨ ਦੀ ਤਾਂ ਆਲਮੋਸਟ 6 ਲੱਖ ਦੀ ਅਸੈਸਡ ਵੈਲਿਊ ਦੱਸਦੀ ਹੈ ਸਿਟੀ. ਹੁਣ ਜਦੋਂ ਇਹ ਟੈਕਸ ਵਧਾਉਣ ਦੀ ਗੱਲ ਕਰ ਰਹੇ ਆ, ਇਹਨਾਂ ਨੇ ਉਹ ਅਸੈਸਡ ਵੈਲਿਊ ਤਾਂ ਐਕਸੈਲਰੇਟਿਡ ਰੇਟ 'ਤੇ ਵਧਾ ਦੇਣੀ ਹੈ ਤਾਂ ਤੁਹਾਡਾ ਟੈਕਸ ਆਪ ਹੀ ਵੱਧ ਗਿਆ, ਹੈ ਨਾ. ਉੱਥੇ ਜਿਹੜਾ ਹੈਗਾ ਅਸੈਸਡ ਵੈਲਿਊ ਇਜ਼ ਆਲਮੋਸਟ ਅਪ ਟੂ 80% ਆਫ ਫੇਅਰ ਮਾਰਕੀਟ ਵੈਲਿਊ. ਉਹ ਡਿਫਰੈਂਸ ਦੇ ਹੋਣ ਕਰਕੇ ਯੂ ਵਿਲ ਸੀ ਦੈਟ ਦ ਟੈਕਸਿਸ ਆਰ ਔਨ ਦ ਹਾਇਰ ਸਾਈਡ, ਹੈ ਨਾ. ਇਹ ਭੁਲੇਖਾ ਲੱਗ ਸਕਦਾ ਕੈਨੇਡੀਅਨਸ ਨੂੰ. ਕਰੈਕਟ. ਅਤੇ ਉਹ ਜਦੋਂ ਮੈਂ ਗੱਲ ਕਰ ਰਿਹਾ ਵੀ ਫਾਈਂਡਿੰਗ ਦ ਰਾਈਟ ਇਨਵੈਸਟਮੈਂਟ ਪ੍ਰੋਪਰਟੀ, ਅੱਛਾ ਆਪਾਂ ਨੂੰ ਇੱਥੇ ਆਦਤ ਹੈਗੀ ਹੈ ਵੀ ਥੋੜ੍ਹੇ ਜਿਹੇ ਨਵੇਂ ਬਣੇ ਹੋਏ ਘਰ, ਮੇ ਬੀ ਇਨ ਦ 80s 90s 2000s, ਉੱਥੇ ਹੁਣ ਕੋਈ ਇਨਵੈਸਟਮੈਂਟ ਪ੍ਰੋਪਰਟੀ ਹੋ ਸਕਦੀ ਜਿਹੜੀ 1900 'ਚ ਵੀ ਬਣੀ ਹੋ ਸਕਦੀ ਹੈ, ਹੈ ਨਾ. 1910 1920 ਦੀ ਵੀ ਬਣੀ ਹੋ ਸਕਦੀ ਹੈ. ਐਂਡ ਯੂ ਐਜ਼ ਐਨ ਇਨਵੈਸਟਰ, ਇੱਥੇ ਮੈਂ ਦੇਖਿਆ ਵੀ ਕਾਫੀ ਇਨਵੈਸਟਰ ਨਾ ਥੋੜ੍ਹੇ ਜਿਹੇ ਕਨਫਿਊਜ਼ ਹੋ ਜਾਂਦੇ ਆ ਵੀ ਹਾਊ ਡੂ ਆਈ ਚੂਜ਼ ਦ ਰਾਈਟ ਪ੍ਰੋਪਰਟੀ, ਰਾਈਟ. ਐਮ ਆਈ ਪਿਓਰਲੀ ਲੁਕਿੰਗ ਐਟ ਨੰਬਰਸ, ਐਮ ਆਈ ਲੁਕਿੰਗ ਐਟ ਕੈਸ਼ ਫਲੋ, ਵੀ ਮੈਂ ਥੋੜ੍ਹੀ ਰੈਨੋਵੇਸ਼ਨ ਕਰਾ ਸਕਦਾ ਜਾਂ ਵੈਦਰ ਆਈ ਨੀਡ ਅ ਟਰਨ ਕੀ, ਉਸ ਹਿਸਾਬ ਨਾਲ ਤੁਹਾਡੀ ਰਿਟਰਨ ਵੇਰੀ ਕਰੂਗੀ. ਐਂਡ ਯੂ ਹੈਵ ਟੂ ਅੰਡਰਸਟੈਂਡ ਦੈਟ ਗੋਇੰਗ ਇਨ ਟੂ ਦ ਟ੍ਰਾਂਜੈਕਸ਼ਨ, ਹੈ ਨਾ. ਐਂਡ ਵਾਟ ਆਈ ਹੈਵ ਸੀਨ ਇਜ਼ ਲੋਕੀ ਬੜੇ ਖੁਸ਼ ਹੋ ਜਾਂਦੇ ਆ ਵੀ ਓਕੇ ਸਾਡੇ ਕੋਲ ਜੀ 2-3 ਲੱਖ ਹੈਗਾ, ਅਸੀਂ ਇਨਵੈਸਟ ਕਰ ਦਾਂਗੇ, ਅਤੇ ਦਿਲ ਕੀਪ ਡਰਾਈਵਿੰਗ ਬੈਕ ਐਂਡ ਫੋਰਥ, ਆਉਂਦੇ ਆ ਦੇਖਦੇ ਆ, ਨਹੀਂ ਯਾਰ ਪਸੰਦ ਨਹੀਂ ਆਇਆ, ਕੁਛ ਠੀਕ ਨਹੀਂ ਲੱਗਾ. ਐਂਡ ਦ ਰੀਜ਼ਨ ਫॉर that is they keep him and hawing around this whole topic is because their concept of what the right criteria is not clear. So ਇਹ ਇੱਕ ਮੈਂ ਬੜਾ ਇੱਕ ਚੈਲੰਜ ਦੇਖਦਾ. I have seen, and I'll just share an example with you, ਉੱਥੇ US ਸਾਈਡ 'ਤੇ ਕਈ ਸਟੇਟਸ ਦੇ ਵਿੱਚ ਇੱਕ ਟੈਕਸ ਸੇਲ ਵੀ ਹੁੰਦੀ ਆ. ਸੋ ਫॉर ਐਗਜ਼ਾਮਪਲ ਕਿਸੇ ਨੇ ਆਪਣਾ ਟੈਕਸ ਓਬਲੀਗੇਸ਼ਨ 2 ਸਾਲ 3 ਸਾਲ ਪੇ ਹੀ ਨਹੀਂ ਕੀਤੀ, ਅਤੇ ਉਹਨਾਂ ਨੂੰ ਸਿਟੀ ਜਾਂ ਟਾਊਨ ਵੱਲੋਂ ਨੋਟਿਸਿਸ ਆਉਂਦੇ ਗਏ ਵੀ ਤੁਸੀਂ ਆਪਣਾ ਇਹ ਬੈਕ ਟੈਕਸਿਸ ਪੇ ਕਰੋ. ਅਲਟੀਮੇਟਲੀ ਜਦੋਂ ਉਹਨਾਂ ਨੂੰ ਕੋਈ ਰਿਸਪੌਂਸ ਨਹੀਂ ਆਉਂਦਾ, ਸੋ ਦੇ ਡੀਮ ਦੈਟ ਦ ਪ੍ਰੋਪਰਟੀ ਇਜ਼ ਅਬੈਂਡਨਡ. ਉਹ ਕੀ ਕਰ ਦਿੰਦੇ, ਟੈਕਸ ਸੇਲ ਕਰ ਦਿੰਦੇ ਆ. ਹੁਣ ਜਿਹੜੀ $1 ਲੱਖ ਵਾਲੀ ਪ੍ਰੋਪਰਟੀ ਹੈ, ਐਂਡ ਆਮ ਜਸਟ ਪਿਕਿੰਗ ਅਪ ਐਨ ਐਗਜ਼ਾਮਪਲ ਫॉर ਈਜ਼ੀ ਨੰਬਰਸ, $1 ਲੱਖ ਵਾਲੀ ਪ੍ਰੋਪਰਟੀ ਉਹ ਕਈ ਵਾਰੀ 30,000 'ਤੇ ਮਿਲ ਜਾਂਦੀ, 40,000 'ਤੇ ਮਿਲ ਜਾਂਦੀ ਹੈ, ਬਟ ਦੈਟ ਨੀਡਸ a full renovation. ਹੁਣ ਕਈ ਆਪਣੇ ਐਜ਼ ਅ ਕੈਨੇਡੀਅਨਸ ਹੂ ਆਰ ਲਿਟਲ ਬਿਟ ਐਕਸਪੀਰੀਅੰਸਡ ਇਨ ਦਿਸ ਲਾਈਨ ਆਫ ਵਰਕ, ਉਹ ਕੀ ਕਰਦੇ ਆ ਵੀ ਜਾ ਕੇ ਉਹ ਟੈਕਸ ਸੇਲ ਤੋਂ ਲੈ ਲੈਂਦੇ ਆ.
they go and renovate and then they put it on a long-term rent and that's their investment property. Some are turnkey investors, so you have to understand what your criteria is. ਸੋ ਇਹ ਵੀ ਇੱਥੇ ਵੀ ਐਕਸਪੀਰੀਅੰਸ ਫਿਰ ਇੰਪੋਰਟੈਂਟ ਹੈ। ਅਤੇ ਗੁਰਸ਼ਰਨ ਜੀ, ਜਿਵੇਂ ਤੁਸੀਂ ਦੱਸਿਆ ਕਿ ਪ੍ਰੋਬਲਮ ਤੇ ਬੈਂਕ ਅਕਾਊਂਟ ਖੋਲ੍ਹਣ ਤੋਂ ਸ਼ੁਰੂ ਹੋ ਜਾਂਦੀ ਹੈ। ਹਾਂਜੀ। ਫਿਰ ਅੱਗੇ ਪ੍ਰਾਪਰਟੀ ਲੱਭਣੀ, ਅਤੇ ਲੱਭਣ ਵੇਲੇ ਵੀ ਜਿਹੜੀਆਂ ਕੰਸੀਡਰੇਸ਼ਨ ਨੇ ਤੁਹਾਡੀਆਂ ਕੰਸੀਡਰੇਸ਼ਨ ਕੈਨੇਡੀਅਨ ਹੋ ਸਕਦੀਆਂ, ਤੁਹਾਨੂੰ ਨਹੀਂ ਪਤਾ ਹੋਏਗਾ ਕਿ ਅਸਲ ਵਿੱਚ US 'ਚ ਹਾਲਾਤ ਡਿਫਰੈਂਟ ਨੇ। ਹਾਂਜੀ। ਅਤੇ ਫਿਰ ਮੰਨ ਲਿਆ ਤੁਸੀਂ ਕੋਈ ਚੀਜ਼ ਸਲਾਹ ਨਾਲ ਆਈਡੈਂਟੀਫਾਈ ਕਰ ਲਈ, ਫਿਰ ਆਫਰ ਦੀ ਸਟੇਜ ਆਉਂਦੀ ਹੈ। ਹਾਂਜੀ। ਅਤੇ ਉਹ ਉੱਥੇ ਫਿਰ ਕੀ ਰਿਕੁਆਇਰਮੈਂਟਸ ਹੁੰਦੀਆਂ ਨੇ? ਆਫਰ ਦੀ ਸਟੇਜ ਦੇ ਵਿੱਚ 2 ਰਿਕੁਆਇਰਮੈਂਟਸ ਹੁੰਦੀਆਂ ਜੀ। ਇੱਕ ਤਾਂ ਪ੍ਰੂਫ ਆਫ ਫੰਡਸ ਤੁਹਾਨੂੰ ਨਾਲ ਦੇਣੇ ਪੈਂਦੇ ਆ, ਪਲੱਸ ਵੀ ਨੀਡ ਅ ਪ੍ਰੀ ਅਪਰੂਵਲ ਲੈਟਰ। ਆਪਣੇ ਤਾਂ ਇੱਥੇ ਜਿਵੇਂ ਸਿੱਧਾ ਆਫਰ ਪਾਤੀ ਐਂਡ ਦੈਨ ਆਪਾਂ ਆਈ ਐਮ ਟਾਕਿੰਗ ਨਾਓ ਸਪੈਸੀਫਿਕਲੀ ਓਨਟਾਰੀਓ, ਉਹਦੇ ਵਿੱਚ ਆਪਾਂ ਵੀਲ ਕੀਪ ਇੱਕ one week financing clause, Now, all week the which the buyer can do their due diligence and get pre-approvals and whatnot. I have seen many times that 1 week is not enough. And sometimes the buyer will go to a mortgage broker. Hanji ho jaga ji, kar denge ji, without fully vetting the file. And this is a big difference that I'm just going to, contrast here. ਉਹਦੇ ਵਿੱਚ ਕੀ ਹੁੰਦਾ ਕਿ buyer ਕਈ ਵਾਰੀ ਫਸ ਜਾਂਦਾ ਇੱਥੇ ਵੀ ਆਪਾਂ ਉਹ ਕੰਡੀਸ਼ਨ ਤਾਂ ਵੇਵ ਕਰਤੀ ਉੱਥੇ 1 ਵੀਕ ਦੇ ਵਿੱਚ, ਬਟ ਜਦੋਂ ਐਕਚੁਅਲ ਫੰਡਿੰਗ ਦੀ ਗੱਲ ਆਉਣੀ ਸੀ, ਫॉर ਵਟਐਵਰ ਰੀਜ਼ਨ ਉਹਨਾਂ ਦੀ ਫਾਈਨੈਂਸਿੰਗ ਨਹੀਂ ਹੋਈ। ਇੱਕ ਪਾਸੇ ਤੁਸੀਂ ਨਾਓ ਯੂ ਆਰ ਕਮਿਟਡ ਟੂ ਇਟ ਐਂਡ ਦੂਜੇ ਪਾਸਿਓਂ ਤੁਹਾਡੀ ਫਾਈਨੈਂਸਿੰਗ ਨਹੀਂ ਹੋਈ। ਸੋ ਦੈਟਸ ਅ catch-22 ਸਿਚੁਏਸ਼ਨ ਦੈਟ ਕੁਆਈਟ ਅ ਫਿਊ ਬਾਇਰਸ ਮੇ ਫਾਈਂਡ ਦੈਮਸੈਲਵਸ ਇਨ ਓਨਟਾਰੀਓ ਦੇ ਵਿੱਚ। ਜਦੋਂ ਆਪਾਂ US ਸਾਈਡ ਦੀ ਗੱਲ ਕਰਦੇ ਹਾਂ, ਅਪਸਟੇਟ ਨਿਊਯਾਰਕ ਦੀ, all deals are subject to finance approval। ਤੇ ਉਹ ਫਾਈਨੈਂਸ ਅਪਰੂਵਲ ਟਿਪਿਕਲੀ 1.5 ਮਹੀਨਾ ਵੀ ਲੱਗ ਸਕਦਾ, ਅਤੇ ਪ੍ਰੋਪਰਟੀ ਕਲੋਜ਼ ਕਰਾਉਂਦੇ ਆਲਮੋਸਟ 2 months ਵੀ ਲੱਗ ਸਕਦੇ। ਇੱਦਾਂ ਨਹੀਂ ਹੈ ਵੀ ਅੱਜ ਆਫਰ ਪਾਈ ਤਾਂ it's a title it's not a title state, it's an attorney state. I'm not going to go into that, but 2 ਮਹੀਨੇ ਤੁਸੀਂ ਇਹ ਲਾ ਕੇ ਚੱਲੋ ਵੀ ਲੱਗ ਜਾਂਦੇ ਆ ਨਿਊਯਾਰਕ ਦੇ ਵਿੱਚ ਪ੍ਰੋਪਰਟੀ ਕਲੋਜ਼ ਕਰਾਉਣ ਦੇ ਲਈ। ਅਪ ਟੂ month and a half ਤੱਕ ਤੁਹਾਡੇ ਕੋਲ ਟਾਈਮ ਹੁੰਦਾ ਫਾਈਨੈਂਸ ਅਪਰੂਵਲ ਦਾ। ਅਤੇ ਫॉर ਵਟਐਵਰ ਰੀਜ਼ਨ ਜੇ ਤੁਹਾਡੀ ਫਾਈਨੈਂਸ ਅਪਰੂਵਲ ਨਹੀਂ ਹੁੰਦੀ, ਕੁਛ ਹੋ ਗਿਆ, whatever, then you can get your refund. You're not committed to buying the property. I feel that ਜਿਹੜਾ buyer ਹੈ ਨਾ, it's better protected that way as opposed to ਜਿਵੇਂ ਆਪਾਂ ਇੱਥੇ ਸਿਰਫ ਉਹ ਮਹੀਨੇ ਦਾ ਹਫਤੇ ਦਾ ਕਲੌਜ਼ ਪਾ ਕੇ। ਪਾਗਲਪਨ ਹੁੰਦਾ ਜਦੋਂ ਕਲੋਜ਼ਿੰਗ ਵਾਲੀ ਡੇਟ ਆਉਂਦੀ ਹੈ ਕਿ ਉਸੇ ਦਿਨ ਸਾਰਾ ਕੁਝ ਆ ਰਿਹਾ ਕਈ ਵਾਰ। ਹਾਂਜੀ, exactly, because you go talk to an A lender, they'll say we'll get it done, ਪਰ ਜਦੋਂ ਕਰਨ ਦੀ ਵਾਰੀ ਆਉਂਦੀ ਹੈ ਉਦੋਂ ਕਈ ਵਾਰੀ ਨਹੀਂ ਕਰਾ ਪਾਉਂਦੇ, ਤਾਂ then you have to go to B, you have to go to private finance. It's like a stressful situation. ਬਲਕਿ ਇਸ ਸਿਚੁਏਸ਼ਨ ਨੂੰ ਐਕਸਪਲੋਇਟ ਕੀਤਾ ਜਾਂਦਾ। ਹਾਂਜੀ, ਕਿ ਹੁਣ ਬੰਦਾ ਫਸ ਗਿਆ। That's exactly right. ਫਸੇ ਬੰਦੇ ਤੋਂ ਜੋ ਮਰਜ਼ੀ ਕਰ ਲਓ, ਭਾਵੇਂ ਇਹਨੂੰ ਪ੍ਰਾਈਵੇਟ ਮਾਰਗੇਜ ਦੇ ਦਿਓ। 100%. That's exactly right. I don't understand why we don't have a financing clause that is much longer. Like, what is the reason to have a ਆਪਣੇ ਤਾਂ ਕਈ ਵਾਰੀ financing waive ਕਰਨੇ? I understand that. That's the liability that the buyer is willing to take. But if the buyer is, nobody is saying that you put 1 month, condition on financing. They could put three weeks. They could put 4 weeks, whatever it is. But typically, I'm just talking generally, nobody wants to put more than 1 week's financing terms, or maybe 2 weeks ithe. But in the US, when the property is, everybody will put like a month and a half for financing for sure. And I have seen deals fall through. Nahi financing hogi, I mean, that's fine. So you at least get your money back. So at least you're protected. ਅੱਛਾ, ਹੁਣ ਅਗਲਾ ਸਵਾਲ ਇਹ ਵੀ ਆਉਂਦਾ, ਤੁਸੀਂ ਫਾਈਨੈਂਸਿੰਗ ਦੀ ਗੱਲ ਕੀਤੀ, ਪ੍ਰੋਪਰਟੀ ਤੁਸੀਂ US ਚ ਲੈਣੀ ਹੈ। ਹਾਂਜੀ, ਫਾਈਨੈਂਸਿੰਗ ਕਿੱਥੋਂ ਹੋਏਗੀ, ਫਿਰ ਕਿਵੇਂ ਹੋਣਾ ਹੈ? ਹਾਂਜੀ, that's exactly what I was going to cover. ਆਪਾਂ ਪਿਛਲੇ ਟੌਪਿਕ ਦੇ ਵਿੱਚ ਪਿਛਲੇ ਐਪੀਸੋਡ ਜਦੋਂ ਗੱਲ ਕੀਤੀ ਸੀਗੀ, ਉਦੋਂ ਆਪਾਂ ਕੀਤੀ ਸੀ ਪ੍ਰਾਇਮਰੀ ਹੋਮਸ ਦੀ ਫਾਈਨੈਂਸਿੰਗ ਵਾਸਤੇ। ਹੁਣ ਆਪਾਂ ਕਰ ਰਹੇ ਹਾਂ ਇਨਕਮ ਪ੍ਰੋਡਿਊਸਿੰਗ ਪ੍ਰੋਪਰਟੀਜ਼, ਐਂਡ ਦੈਟਸ ਵੇਅਰ ਦ ਡਿਫਰੈਂਸ ਇਜ਼। ਸੋ ਉਹਦੇ ਵਿੱਚ ਜਿਹੜੀ ਆਪਾਂ ਫੰਡਿੰਗ ਯੂਜੂਅਲੀ ਯੂਜ਼ ਕਰਦੇ ਹਾਂ, ਇਟਸ ਕਾਲਡ DSCR ਲੋਨ। ਇਟਸ ਅ ਡੈਟ ਸਰਵਿਸ ਕਵਰੇਜ ਰੇਸ਼ੀਓ ਲੋਨ। ਸਿੰਪਲ ਟਰਮਸ ਦੇ ਵਿੱਚ ਉਹਦਾ ਇਹ ਮਤਲਬ ਆ ਕਿ ਜਿਹੜੀ ਪ੍ਰੋਪਰਟੀ ਦੀ ਕੁਆਲੀਫਿਕੇਸ਼ਨ ਬਣਨੀ ਆ, that will be based on ਵੀ ਉਹ ਪ੍ਰੋਪਰਟੀ ਇਨਕਮ ਕਿੰਨੀ ਜਨਰੇਟ ਕਰ ਰਹੀ ਆ। ਮੰਨ ਲਓ 2 ਯੂਨਿਟ ਦੀ ਤੁਸੀਂ ਕੋਈ ਪ੍ਰੋਪਰਟੀ ਦੇਖੀ, ਹਰ ਇੱਕ ਯੂਨਿਟ 'ਚ $1,000 ਰੈਂਟ ਆਉਂਦਾ, ਸੋ ਦੈਟਸ ਅਬਾਊਟ $2,000 ਗਰੋਸ ਰੈਂਟ, ਹੈ ਨਾ। ਬੈਂਕ ਨੇ ਇਹ ਦੇਖਣਾ, ਜਾਂ ਫਿਰ ਜਿਹੜਾ ਲੈਂਡਿੰਗ ਇੰਸਟੀਟਿਊਸ਼ਨ ਆ, ਉਹਨਾਂ ਨੇ ਇਹ ਦੇਖਣਾ ਵੀ ਇਹਦੇ ਵਿੱਚ ਇੰਨੀ ਇਨਕਮ ਆ ਰਹੀ ਆ ਵੀ ਸਾਡਾ ਜਿਹੜਾ ਮੰਥਲੀ ਲਾਇਬਿਲਿਟੀ ਹੈ ਉਹ ਕਵਰ ਹੋ ਜੂਗੀ ਕਿ ਨਹੀਂ। ਮੰਥਲੀ ਲਾਇਬਿਲਿਟੀ ਮੀਨਸ ਪ੍ਰੋਪਰਟੀ, ਟੈਕਸਿਸ, principal, insurance, ਉਹਨੂੰ PITI ਕਹੀਦੇ ਆਪਾਂ। ਤੇ as long as that ratio is more than 1.2 and higher, they will fund the deal. So what that means to a Canadian investor is, ਹੁਣ ਉਹ ਤੁਸੀਂ ਰੇਸ਼ੀਓ ਦੀ ਰਿਕੁਆਇਰਮੈਂਟ 20% ਤੇ ਵੀ ਮੀਟ ਕਰ ਸਕਦੇ ਹੋ, 30% ਤੇ ਵੀ ਮੀਟ ਕਰ ਸਕਦੇ ਹੋ,
maybe as high as 50. It depends ਵੀ property income ਕਿੰਨੀ generate ਕਰ ਰਹੀ ਹੈ. It's not subject to you as an individual qualifying for it. It is based on the income that property is producing. Okay. ਤੇ ਉਹਦੇ ਵਿੱਚ ਵੀ ਦੋ ਵੇਰੀਏਸ਼ਨਸ ਆ ਜਾਂਦੀਆਂ. Now when we talk about income producing property, ਇੱਕ ਤਾਂ ਹੋ ਸਕਦਾ ਹੈ ਵੀ it's regularly rented out on a 1-year lease and it's purely used as a rental property, you know, for tenants. ਦੂਸਰੀ ਸਾਈਡ ਤੇ ਆ ਜਾਂਦਾ ਵੀ now if it's an STR, it's an Airbnb, short term rental ਦੇ ਵਿੱਚ. There are certain lenders who will use average of last 2 years to qualify. Though that's where the financing gets a little bit creative. ਪਰ ਕੈਨੇਡੀਅਨ ਸਿਟੀਜ਼ਨ ਨੂੰ US ਬੈਂਕ ਮਾਰਗੇਜ ਦਿੰਦੇ ਨੇ? US bank ਨਹੀਂ ਹੁੰਦੇ ਜੀ ਉਹ. They are different portfolio lenders that are going to do the underwriting. They are not these A lenders ਜਿਵੇਂ Bank of America, Chase. ਉਹ ਨਹੀਂ, more than likely they won't do it. You have to go to the secondary market and they will do a portfolio loan. ਜਿਵੇਂ ਆਪਾਂ ਪਿਛਲੀ ਵਾਰੀ ਉਹ ਗੱਲ ਕੀਤੀ ਸੀਗੀ ਵੀ ਉਹ Freddie and Fannie, they will buy back the loan from the banks. ਇਸ ਕੇਸ ਦੇ ਵਿੱਚ ਨਹੀਂ ਹੁੰਦਾ. They are keeping the loans on their books and they're qualifying based on the income that the property is producing. ਤੇ ਆਪਾਂ ਗੱਲ ਕਰ ਰਹੇ ਸੀ ਕਿ ਫਾਈਨੈਂਸਿੰਗ ਦੇ ਜਦੋਂ ਸਿਕਿਉਰ ਕਰ ਲਈ ਆਪਾਂ ਨੇ, ਹੁਣ ਅੱਗੇ ਫਾਈਨੈਂਸਿੰਗ ਤੋਂ ਬਾਅਦ ਦੇ ਫਿਰ ਜਿਹੜੇ ਚੈਲੰਜਸ ਸ਼ੁਰੂ ਹੁੰਦੇ ਨੇ. ਹਾਂਜੀ, ਐਗਜ਼ੈਕਟਲੀ. ਸੋ ਫਾਈਨੈਂਸਿੰਗ ਦੇ ਬਾਅਦ ਜਿਹੜੇ ਚੈਲੰਜਸ ਟਿਪਿਕਲੀ ਸ਼ੁਰੂ ਹੁੰਦੇ ਆ ਸ਼ਮੀਲ ਜੀ, ਵੀ ਪ੍ਰੋਪਰਟੀ ਆਪਾਂ ਕਲੋਜ਼ ਕਿਵੇਂ ਕਰਾਉਣੀ ਆ. ਆਪਾਂ ਆਪਣੇ ਪਰਸਨਲ ਨਾਮ ਤੇ ਕਰਾਉਣੀ ਆ, ਵੀ ਆਪਾਂ ਇੱਕ LLC ਦੇ ਵਿੱਚ ਕਰਾਉਣੀ ਆ, ਜਾਂ ਫਿਰ ਆਪਾਂ ਇੱਕ US ਐਂਟੀਟੀ ਬਣਾ ਕੇ ਉਹਦੇ ਅੰਡਰ ਕਰਾਉਣੀ ਹੈ. ਜੋ ਵੀ ਤੁਸੀਂ ਇਹ ਤਿੰਨਾਂ ਦੇ ਵਿੱਚੋਂ ਕੋਈ ਆਪਸ਼ਨ ਚੂਜ਼ ਕਰੋਗੇ, that's going to have legal implications down the road from ਹਰ ਕਿਸੇ ਦੇ ਆਪੋ ਆਪਣੇ ਚੈਲੰਜਸ ਨੇ. ਹਾਂਜੀ, exactly. And everybody has a different exposure to risk and tax implications and everybody ਕੰਮ ਚਲਾਊ ਐਡਵਾਈਜ਼ਰ ਨਾਲ ਜੇ ਤੁਸੀਂ ਇਹੋ ਜਿਹਾ ਕੰਮ ਕਰੋਗੇ ਜਿਵੇਂ ਇੱਥੇ ਅਸੀਂ ਕਰਦੇ ਰਹੇ ਹਾਂ, ਨਹੀਂ ਜੀ, ਉਹ ਨਹੀਂ ਚੱਲਣਾ ਕੰਮ. ਤੇ ਉਹਦੇ 'ਚ ਫਿਰ ਤੁਸੀਂ ਫਸ ਸਕਦੇ. ਹਾਂਜੀ, ਪਲੀਜ਼, this is my honest recommendation to all my, you know, clients who are even thinking, ਆਪਣਾ ਕਿਸੇ ਨਾਲ paid consultation ਕਰੋ, and you know, pay somebody $200-300, you know, tax professional ਨੂੰ ਦਿਓ who understands both sides. ਇੱਕ ਆਪਣੇ attorney ਨਾਲ consult ਕਰੋ ਵੀ who understands laws on both sides, because this is going to, you know, basically help you decide which path you take. ਕੱਲ੍ਹ ਨੂੰ ਤੁਸੀਂ property ਆਪਣੇ ਨਾਮ ਤੇ close ਕਰਾ ਲਈ, and I'm just hypothetically giving an example, slip fall ਹੋ ਗਿਆ ਉੱਥੇ, and ਉੱਥੇ ਤਾਂ litigious society ਹੈ ਜੀ, they're just waiting ਵੀ ਕੱਲ੍ਹ ਨੂੰ ਕੁਛ homeowner ਕਰੇ ਤੇ ਕੁਝ ਹੋਵੇ ਤੇ ਮੌਕਾ ਮਿਲੇ ਅਸੀਂ ਇਹਨਾਂ ਨੂੰ ਸੂ ਕਰੀਏ. Now I see, we investors, I can get an umbrella policy, I can get, you know, umbrella insurance to protect me from all of these. But ਤੁਸੀਂ ਇਹੋ ਜਿਹੇ ਚੱਕਰਾਂ 'ਚ ਪੈਣਾ ਹੀ ਕਿਉਂ? Like, why open up yourself for that risk to start with? ਹੈ ਨਾ. ਸੈਕਿੰਡ ਆਪਸ਼ਨ ਆ ਜਾਂਦੀ ਹੈ ਵੀ ਓਕੇ ਅਸੀਂ ਉੱਥੇ US classic novice mistake, LLC ਬਣਾ ਕੇ we will close under an LLC. Fine. But you as a Canadian, IRS ਤੇ ਤੁਸੀਂ obligation ਤਾਂ ਤੁਸੀਂ ਉਹ ਤੇ ਪੇ ਕਰਨੀ ਹੈ. ਫਾਈਨ. ਜਦੋਂ ਤੁਸੀਂ CRA ਕੋਲ ਡਿਸਕਲੋਜ਼ ਕਰਨਾ ਇਹ ਚੀਜ਼ਾਂ, CRA ਨੇ ਤਾਂ ਤੁਹਾਨੂੰ ਡਬਲ ਟੈਕਸ ਲਾ ਦੇਣਾ ਉੱਤੇ. They are going to treat that LLC as a disregarded / pass-through entity, and then you are going to get double taxed. ਜਿਹੜਾ ਤੁਸੀਂ ਉੱਥੇ ਟੈਕਸ ਪੇ ਕੀਤਾ ਉਹਦਾ ਤੁਹਾਨੂੰ ਉੱਥੇ ਕ੍ਰੈਡਿਟ ਨਹੀਂ ਮਿਲਣਾ. So then the question really is, what is the right way to set it up, which is a whole different topic we can cover in some other session, but that's the right way to set it up, is the third option. So ਕਹਿਣ ਦਾ ਮਤਲਬ ਹੈ ਵੀ ਜਿੱਦਾਂ ਦੇ ਐਡਵਾਈਜ਼ਰ ਨਾਲ ਤੁਸੀਂ ਇੱਥੇ ਇਨਵੈਸਟਮੈਂਟ ਨਾ ਕਰ ਲੈਂਦੇ ਹੋ, ਉਸ ਤਰ੍ਹਾਂ ਦੇ ਐਡਵਾਈਜ਼ਰ ਨਾਲ ਉੱਥੇ ਕੰਮ ਹੋਣ ਵਾਲਾ ਨਹੀਂ ਹੈ. ਆਪਣੇ ਆਪ ਨੂੰ ਐਜੂਕੇਟ ਕਰੋ. Get paid consultation. I'll give you an example. ਮੈਂ ਇੱਥੇ ਕਿਸੇ ਟੈਕਸ ਪ੍ਰੋਫੈਸ਼ਨਲ ਨਾਲ ਗੱਲ ਕਰ ਰਿਹਾ ਸੀਗਾ, and he was sharing with me that, you know, I have properties, I think in Michigan, if I'm not mistaken. ਮੈਂ ਕਿਹਾ ਫਿਰ ਤੁਸੀਂ ਉਹਨੂੰ ਕਿਸ ਤਰ੍ਹਾਂ ਕਲੋਜ਼ ਕਰਾਇਆ? ਕਹਿੰਦੇ ਗੁਰਸ਼ਰਨ, I couldn't understand anything ਵੀ ਕੀ ਕਰਨਾ ਚਾਹੀਦਾ, ਮੈਂ ਤਾਂ ਆਪਣੇ ਨਾਮ ਤੇ ਕਲੋਜ਼ ਕਰਾ ਲਈ. And it's a commercial property in a strip mall. ਜਿੱਥੇ ਤੁਹਾਡਾ, you know, chances of happening a slippage, fall or something happening is quite high, and you've left yourself open to that liability. ਨਹੀਂ, ਇਹ ਬੜੀਆਂ ਇੰਪੋਰਟੈਂਟ ਚੀਜ਼ਾਂ ਨੇ ਜੀ. ਹਾਂਜੀ. ਤੇ ਅੱਗੇ ਫਿਰ ਹੁਣ ਜਿਹੜਾ ਅੱਗੇ ਇਸ਼ੂ ਆਉਂਦਾ ਕਿ ਜਦੋਂ ਪ੍ਰੋਪਰਟੀ ਤੁਸੀਂ ਲੈ ਲਈ, ਹਾਂਜੀ, ਕੱਲ੍ਹ ਨੂੰ ਹੁਣ ਤੁਸੀਂ ਵੇਚਣੀ ਹੈ, ਹਾਂਜੀ, ਫਿਰ ਫੰਡਸ ਵਾਪਸ ਲੈ ਕੇ ਆਉਣੇ ਆ. ਹਾਂਜੀ, ਐਗਜ਼ੈਕਟਲੀ. ਐਂਡ ਜਿਸ ਤਰ੍ਹਾਂ ਤੁਸੀਂ ਕਲੋਜ਼ ਕਰਾਈ, ਆਈਦਰ ਇਨ ਪਰਸਨਲ ਜਾਂ ਫਿਰ LLC ਜਾਂ ਫਿਰ ਕਿਸੇ ਐਂਟੀਟੀ ਦੇ ਅੰਡਰ ਕਲੋਜ਼ ਕਰਾਈ, there are going to be tax implications. Capital gain, ਜਿਵੇਂ capital gain US ਦੇ ਵਿੱਚ long term capital gain is typically about 21%.
ਮੋਟਾ ਇਟ ਡਿਪੈਂਡਸ ਔਨ ਦ ਇਨਕਮ ਐਂਡ ਆਲ। ਉੱਥੇ ਪਹਿਲਾਂ ਕੈਪੀਟਲ ਗੇਨ ਟੈਕਸ ਤੁਸੀਂ ਉੱਥੇ ਦੋਗੇ, ਹਾਂਜੀ। ਜੇ ਫਿਰ ਇੱਥੇ ਲੈ ਕੇ ਆਓਗੇ ਇੱਥੇ ਤੇ ਟੈਕਸ ਅਲੱਗ ਹੋਣਗੇ, ਇੱਥੇ ਵੀ ਕੈਪੀਟਲ ਗੇਨ ਤੁਹਾਨੂੰ ਲੱਗੂਗਾ। ਤੇ ਫਿਰ ਤੇ ਹਾਊਐਵਰ ਹਾਂਜੀ ਇਟ ਕੈਨੋਟ, that's the point, ਜੇ ਤੁਸੀਂ ਸਹੀ ਸੈਟਅਪ ਕੀਤਾ ਯੂ ਸ਼ੁੱਡ ਗੈਟ ਕ੍ਰੈਡਿਟ ਫॉर what you've already paid there, ਕਿਉਂਕਿ ਇੱਥੇ ਆਪਣੇ ਕੈਪੀਟਲ ਗੇਨਸ ਦੇ ਰੂਲ ਡਿਫਰੈਂਟ ਆ। ਜੇ ਤੁਸੀਂ ਐਜ਼ ਐਨ ਇੰਡੀਵਿਜੂਅਲ ਕਲੋਜ਼, ਐਂਡ ਆਈਲ ਗਿਵ ਯੂ ਵਨ ਐਗਜ਼ਾਮਪਲ, ਜੇ ਤੁਸੀਂ ਆਪਣੇ ਪਰਸਨਲ ਨਾਮ 'ਤੇ ਇਨਵੈਸਟਮੈਂਟ ਪ੍ਰੋਪਰਟੀ ਕਲੋਜ਼ ਕਰਾਈ ਹੈ, ਇੱਥੇ ਟਿਪਿਕਲੀ ਤਾਂ 50% ਤਾਂ ਤੁਹਾਡਾ ਕੈਪੀਟਲ ਗੇਨ ਦਾ ਵੈਸੇ ਹੀ ਛੱਡ ਦਿੰਦੇ ਆ। ਜਿਹੜਾ ਬੈਲੈਂਸ ਆਫ 50% ਹੈ ਉਹਦੇ ਉੱਪਰ ਤੁਹਾਡਾ ਕੈਪੀਟਲ ਗੇਨ ਲੱਗਦਾ ਹੈ ਨਾ। ਉੱਥੇ ਕੋਈ ਨਹੀਂ ਛੱਡਦੇ, ਉੱਥੇ ਫੁੱਲ ਅਮਾਊਂਟ ਤੇ ਦੇਣਾ ਪੈਂਦਾ ਉੱਥੇ ਕੈਪੀਟਲ ਗੇਨ। Capital gain is from and this is just definition of capital gain is your purchase price minus the sale price and all the expenses taken out, ਹੈ ਨਾ। ਉਹ ਜੋ ਬੈਲੈਂਸ ਬਚ ਗਿਆ ਉਹਦੇ ਉੱਤੇ ਤੁਹਾਨੂੰ ਕੈਪੀਟਲ ਗੇਨ ਲੱਗਦਾ। ਜਿਹੜਾ ਜਿੱਥੇ ਤੁਸੀਂ ਪਰਚੇਸ ਕੀਤਾ ਉਹ ਤਾਂ ਤੁਹਾਡੀ ਇਨਵੈਸਟਮੈਂਟ ਹੀ ਸੀਗੀ ਨਾ। ਨਹੀਂ ਮਤਲਬ ਇੱਥੇ ਤਾਂ ਇਹ ਹੈ ਨਾ ਕਿ ਉਹ ਤੁਹਾਡੇ ਗੇਨ ਦੇ ਉੱਤੇ ਵੀ ਤੁਸੀਂ ਫੁੱਲ ਤੇ ਨਹੀਂ ਨਾ ਦਿੰਦੇ। ਹਾਂਜੀ, ਇੱਥੇ ਗੇਨ ਦੇ 50% ਤੇ ਤੁਸੀਂ ਦਿੰਦੇ ਨਾ, ਉੱਥੇ ਫੁੱਲ ਗੇਨ ਤੇ ਤੁਸੀਂ ਦੇਣਾ। So the way you close it is going to have an implication when you repatriate the funds at the time of sale. Basically ਤਾਂ ਜੇ ਸਾਰਾ ਹਿਸਾਬ ਕਿਤਾਬ ਲਾਵਾਂਗੇ ਤੇ ਉਨੀ ਕੋਈ ਬਹੁਤੀ ਅਟਰੈਕਟਿਵ ਆਪਸ਼ਨ ਨਹੀਂ ਲੱਗੇਗੀ ਇਹ ਗੇਨ ਦੇ ਪੱਖ ਤੋਂ। You have to understand what you are signing up for. ਮੈਂ ਵੀ ਕਹਿ ਰਿਹਾ ਨਾ, you have to educate yourself first. You have to know. See, ਨਾਲੇ ਉਸ ਮਾਰਕੀਟ ਤੁਸੀਂ ਜਾ ਰਹੇ ਹੋ ਜਿੱਥੇ ਜਿਹੜੀ ਗਰੋਥ ਹੈ ਉਹ 5-6% ਹੀ ਰਹਿਣੀ ਆ। You have to factor all of that in, and that's the point that I was going to make is you have to know what your exit scenario is going to be before you enter the deal. And you have to buy right. See, investment ਦਾ ਇੱਕ ਬੜਾ ਸਿੰਪਲ ਜਿਹਾ ਰੂਲ ਹੈ, money is made on the buy, not on the sell. You have to buy right, and obviously sell ਤਾਂ ਜਦੋਂ ਹੋਣਾ ਹੀ ਹੈ ਤਾਂ ਹੋਣਾ ਹੀ ਹੈ। ਦੇਖੋ ਜੇ ਨਹੀਂ ਤਾਂ ਜੇ ਇੰਨਾ ਈਜ਼ੀ ਹੋਵੇ ਬਰੈਂਪਟਨ ਵਾਲੇ ਸਾਰੇ ਆਪਣੇ ਭਾਈਚਾਰਾ ਵਾਲਾ ਅਮਰੀਕਾ 'ਚ ਪਹੁੰਚ ਜਾਏ। ਦੈਟਸ ਰਾਈਟ। ਕਈਆਂ ਨੂੰ ਤਾਂ ਸੁਪਨਾ ਲਾਉਂਦਾ ਹੋਏਗਾ ਵੀ ਮੈਂ ਪੂਰਾ ਅਮਰੀਕਾ ਖਰੀਦ ਲੈਣਾ। ਹਾਂਜੀ, ਹੈ ਨਾ। ਪਲੱਸ ਕਈ ਵਾਰੀ ਪ੍ਰਾਪਰਟੀਜ਼ ਇੰਨੀਆਂ ਸਸਤੀਆਂ ਹੁੰਦੀਆਂ, ਹੁਣ ਤੁਸੀਂ ਇੱਧਰ no pun intended, I mean you look at Niagara Falls, New York on the other side, 1.5 ਲੱਖ ਦੀ ਪ੍ਰਾਪਰਟੀ ਮਿਲ ਜਾਂਦੀ ਹੈ, 2 ਲੱਖ ਦੀ ਪ੍ਰਾਪਰਟੀ ਮਿਲ ਜਾਂਦੀ ਹੈ, 3 ਮਤਲਬ 2 ਲੱਖ ਦੀ ਤੁਸੀਂ ਪ੍ਰਾਪਰਟੀ ਲਈ 3 ਯੂਨਿਟ ਉਹਦੇ ਵਿੱਚ ਹੈਗੇ ਆ, and it's renting for like $2,600-$2,700 a month. ਪਰ ਉਹ ਚੀਜ਼ ਜਿਹੜਾ US ਰੈਜ਼ੀਡੈਂਟ ਵਾਸਤੇ ਤੇ ਅਟਰੈਕਟਿਵ ਹੋ ਸਕਦੀ ਹੈ। ਇਸ ਪਾਸੋਂ ਜੇ ਤੁਸੀਂ ਜਾਣਾ ਕੈਨੇਡੀਅਨਸ ਵਾਸਤੇ ਵੀ ਹੈ, ਯੂ ਜਸਟ ਨੀਡ ਟੂ ਬੀ ਐਨ ਐਜੂਕੇਟਿਡ ਇਨਵੈਸਟਰ ਐਂਡ ਯੂ ਨੀਡ ਟੂ ਨੋ ਵਾਟ ਯੂ ਆਰ ਸਾਈਨਿੰਗ ਅਪ ਫॉर। ਰੈਟਰੋਐਕਟਿਵਲੀ ਜੇ ਤੁਸੀਂ ਸੋਚਣ ਦੀ ਕੋਸ਼ਿਸ਼ ਕਰੋਗੇ ਦੈਨ ਦੇਰ ਆਰ ਗੋਇੰਗ ਟੂ ਬੀ ਲੋਟ ਆਫ ਥਿੰਗਸ ਦੈਟ ਯੂ ਵੁੱਡ ਹੈਵ ਆਲਰੇਡੀ ਡਿਸਾਈਡਡ, ਜਿਹੜੀਆਂ ਉਹ ਅਨਡੂ ਕਰਨੀਆਂ ਮੁਸ਼ਕਿਲ ਹੋ ਜਾਣੀਆਂ। So that's why I'm saying, right, so you have to do your due diligence up front before you move forward. ਜਾਂ ਮੈਨੂੰ ਇਸੇ ਚੀਜ਼ ਨੂੰ ਦੂਜੇ ਸ਼ਬਦਾਂ 'ਚ ਇਸ ਤਰ੍ਹਾਂ ਕਹਿ ਸਕਦਾ ਕਿ ਜੇ ਤੁਸੀਂ ਉੱਥੇ ਇਨਵੈਸਟ ਕਰਨੀ ਤਾਂ ਤੁਸੀਂ ਰੀਅਲ ਇਨਵੈਸਟਰ ਹੋਣੇ ਚਾਹੀਦੇ ਹੋ। ਜਿਹੜਾ ਇਹ ਦੇਖਾ ਦੇਖੀ ਵਾਲਾ ਕੰਮ ਅਸੀਂ ਇੱਥੇ ਕੀਤਾ ਕਿਉਂਕਿ ਅਸੀਂ ਉਸ ਕੰਟੈਕਸਟ ਨੂੰ ਵੀ ਨਾ ਭੁੱਲ ਰਹੇ। ਹਾਂਜੀ, that's true. ਕਿਉਂਕਿ ਉਸ ਮਾਈਂਡ ਸੈਟ ਵਾਲੇ ਲੋਕਾਂ ਦੀ ਸਾਡੇ ਇੱਥੇ ਬਹੁਤਾਤ ਹੈ, ਜਿਨ੍ਹਾਂ ਨੇ ਜਿਹੜੇ ਮਤਲਬ ਬੁਕਿੰਗ ਕਰਾਉਣ ਲਈ ਲਾਈਨ 'ਚ ਲੱਗ ਕੇ ਖੜ੍ਹਦੇ ਨੇ। ਹਾਂਜੀ, ਤੇ ਉਹ ਤੇ ਮਤਲਬ ਕੀ ਰਿਜ਼ਲਟ ਪੈਦਾ ਕਰਨਗੇ ਜੇ ਮਾਰਕੀਟ ਆਸਾਨ ਹੋਵੇ। That's right. ਬਿਲਕੁਲ ਠੀਕ ਹੈ ਜੀ ਇਹ ਗੱਲ। ਹਾਂਜੀ, ਯੂ ਜਸਟ ਨੀਡ ਟੂ ਬੀ ਐਨ ਐਜੂਕੇਟਿਡ ਇਨਵੈਸਟਰ ਐਂਡ ਯੂ ਨੀਡ ਟੂ ਅੰਡਰਸਟੈਂਡ ਆਲ ਦ ਫੇਜ਼ਸ ਆਫ ਦੈਟ ਇਨਵੈਸਟਮੈਂਟ। ਅਤੇ ਗੁਰਸ਼ਰਨ ਜੀ ਤੁਸੀਂ ਹੁਣ ਕੁਛ ਗੱਲਾਂ ਕੀਤੀਆਂ ਨੇ ਪੂਰੀ ਬੈਂਕ ਅਕਾਊਂਟ ਤੋਂ ਲੈ ਕੇ ਇਨਵੈਸਟਮੈਂਟ ਪ੍ਰੋਪਰਟੀ ਨੂੰ ਵੇਚਣ ਤੱਕ, ਅਤੇ ਇਹਦੇ 'ਚ ਜਿਹੜੀ ਮੈਂ ਚੀਜ਼ ਮਹਿਸੂਸ ਕੀਤੀ ਹੈ ਕਿ ਜਿਹੜਾ ਕੈਨੇਡੀਅਨ ਇਸ ਵੇਲੇ ਮਾਹੌਲ ਹੈ ਇੱਥੇ, ਇੱਕ ਤਾਂ ਇੱਥੇ ਰੂਲਸ ਡਿਫਰੈਂਟ ਨੇ, ਦੂਜਾ ਜਿਸ ਤਰੀਕੇ ਨਾਲ ਮਾਰਕੀਟ ਪਿੱਛੇ ਚੱਲੀ ਹੈ ਅਤੇ ਸਾਡੇ ਲੋਕਾਂ ਨੇ ਖਾਸ ਕਰਕੇ ਜਿਹੜਾ ਸਾਡਾ ਇੱਥੇ ਜਿਹੜਾ ਰੀਅਲ ਸਟੇਟ ਸੈਕਟਰ ਹੈ ਉਹਦੇ 'ਚ ਵੀ ਹੈ ਅਤੇ ਅਫਸੋਸ ਨਾਲ ਗੱਲ ਕਿ ਸਾਰੇ ਬੰਦੇ ਉਨੇ ਪ੍ਰੋਫੈਸ਼ਨਲ ਨਹੀਂ ਜਿੰਨਾ ਕਿ ਹੋਣੇ ਚਾਹੀਦੇ ਨੇ। ਇੱਕ ਕਲਚਰ ਕ੍ਰੀਏਟ ਕਰ ਦਿੱਤਾ ਗਿਆ ਅਤੇ ਇਸ ਕਰਕੇ ਨਾ ਡਰ ਲੱਗਦਾ ਰਹਿੰਦਾ ਜਦੋਂ ਕਿਤੇ ਰੀਅਲ ਸਟੇਟ ਦੀ ਗੱਲ ਹੁੰਦੀ ਹੈ, ਇਨਵੈਸਟਮੈਂਟ ਦੀ ਗੱਲ ਹੁੰਦੀ ਹੈ ਕਿ ਕਿਤੇ ਇਹ ਨਾ ਹੋਵੇ ਕਿ ਲੋਕ ਫਿਰ ਫਸ ਜਾਣ ਚੱਕਰਾਂ 'ਚ, ਅਤੇ ਹੁਣ US ਦੇ ਚੱਕਰਾਂ 'ਚ ਨਾ ਫਸ ਜਾਣ। ਤਾਂ ਹੀ ਇਹ ਅਸੀਂ ਗੱਲਬਾਤ ਕੀਤੀ ਹੈ ਜਿਵੇਂ ਤੁਸੀਂ ਪੇਸ਼ ਕੀਤਾ ਕਿ ਪ੍ਰੈਕਟੀਕਲ ਚੈਲੰਜਸ ਬਹੁਤ ਨੇ, ਬਿਨਾਂ ਅੰਡਰਸਟੈਂਡ ਕੀਤਿਆਂ ਮਾਰਕੀਟ ਨਾਲ ਪੰਗਾ ਨਹੀਂ ਲੈਣਾ ਚਾਹੀਦਾ। ਐਗਜ਼ੈਕਟਲੀ। ਅਤੇ ਇੱਕ ਕਾਮਨ ਥੀਮ ਸ਼ਮੀਲ ਜੀ, ਇੱਕ ਮੈਂ ਇਹ ਵੀ ਦੇਖੀ ਹੈ ਵੀ ਆਪਣੇ ਲੋਕ ਨਾ ਥੋੜ੍ਹਾ ਜਿਹਾ ਹੈਜ਼ੀਟੇਟ ਕਰਦੇ ਆ ਕਿਸੇ ਨੂੰ ਪੇਡ ਕੰਸਲਟੇਸ਼ਨ ਲੈਣ ਵਾਸਤੇ। ਐਂਡ ਪੇਡ ਕੰਸਲਟੇਸ਼ਨ ਲੈਣ ਵਾਸਤੇ ਇਸ ਕਰਕੇ ਹੈਜ਼ੀਟੇਟ ਕਰਦੇ ਨੇ ਕਿ ਜਿਹੜੇ ਐਡਵਾਈਜ਼ਰ ਨੇ ਉਹ ਕਹਿੰਦੇ ਤੁਸੀਂ ਸਾਡੇ ਕਮਿਸ਼ਨ ਦਾ ਅੱਧਾ ਹਿੱਸਾ ਲੈ ਲਓ ਪਰ ਤੁਸੀਂ ਸਾਡੇ ਨਾਲ ਡੀਲ ਕਰ ਲਓ। ਜਦੋਂ ਇਹੋ ਜਿਹੇ ਐਡਵਾਈਜ਼ਰ ਹੋਣ ਤੇ ਫਿਰ ਪੇਡ ਕੰਸਲਟੇਸ਼ਨ ਤਾਂ ਬਹੁਤ ਦੂਰ ਦੀ ਗੱਲ ਹੈ। ਹਾਂਜੀ, that's true. But somebody who's looking to invest, hundreds and thousands of dollars on the other side of the border,
there's no harm in spending $500-600 sitting down with a professional and understanding. I'm not saying it's me, I'm just saying a tax and a proper attorney. So at least they understand what they're signing up for. ਇਸੇ ਕਰਕੇ ਤਾਂ ਜੀ ਅਸੀਂ ਨੁਕਸਾਨ ਉਠਾਇਆ। ਜਿੱਥੇ ਹੁਣ ਅਸੀਂ ਉਸ ਮਾਰਕੀਟ 'ਚ ਹਾਂ ਜਿੱਥੇ ਇੰਸ਼ੋਰੈਂਸ ਵਾਲਾ ਵੀ ਕਹਿੰਦਾ ਮੈਂ ਤਾਂ ਇੰਸ਼ੋਰੈਂਸ ਲੈ ਲਓ, ਅਤੇ ਜਿਹੜਾ ਉਹ ਤੋਂ ਇੰਸ਼ੋਰੈਂਸ ਲੈਣ ਵਾਲਾ ਇਹ ਉਮੀਦ ਰੱਖਦਾ ਕਿ ਆਪਣੇ ਕਮਿਸ਼ਨ 'ਚੋਂ ਮੈਨੂੰ ਹਿੱਸਾ ਦੇ ਦੇਵੇ। ਹਾਂਜੀ, I think that's a wrong trend that we have started. ਇਸੇ ਤਰ੍ਹਾਂ ਜਿਹੜੇ ਰਿਐਲਟਰਸ ਨੇ ਉਹ ਵੀ ਇਹ ਆਫਰ ਕਰਦੇ ਨੇ ਕਿ ਮੈਂ ਆਪਣੇ ਕਮਿਸ਼ਨ 'ਚੋਂ ਤੈਨੂੰ, ਭਾਵੇਂ ਚਲੋ ਉਹਨਾਂ ਦੇ ਕਮਿਸ਼ਨ ਦਾ ਇੱਕ ਅਲੱਗ ਇਸ਼ੂ ਹੋ ਸਕਦਾ, ਪਰ ਕਹਿਣ ਦਾ ਮਤਲਬ ਹੈ ਕਿ ਜਿਹੜੀ ਪ੍ਰੋਫੈਸ਼ਨਲ ਐਡਵਾਈਸ ਹੈ ਅਤੇ ਪ੍ਰੋਫੈਸ਼ਨਲ ਐਡਵਾਈਸ 'ਤੇ ਪੇਡ ਹੋਏਗੀ, ਪ੍ਰੋਫੈਸ਼ਨਲ ਐਡਵਾਈਸ ਦੀ ਪ੍ਰਾਈਸ ਤੁਹਾਨੂੰ ਪੇ ਕਰਨੀ ਪਏਗੀ, ਪਰ ਤੁਸੀਂ ਕੰਪੀਟ ਕਰ ਰਹੇ ਹੋ ਉਹਨਾਂ ਲੋਕਾਂ ਨਾਲ ਜਿਹੜੇ ਤੁਹਾਨੂੰ ਫਰੀ ਐਡਵਾਈਸ ਦੇ ਰਹੇ ਨੇ, ਬਲਕਿ ਆਪਣੇ ਕਮਿਸ਼ਨ ਦਾ ਵੀ ਹਿੱਸਾ ਛੱਡ ਰਹੇ ਨੇ। ਸੋ ਇਹਦੇ ਕਰਕੇ ਨੁਕਸਾਨ ਹੋਇਆ ਬਿਲਕੁਲ। ਅਤੇ ਪਰ ਔਰ ਇਹਦੇ 'ਚ ਮੈਨੂੰ ਅੱਛੀ ਚੀਜ਼ ਇਹ ਲੱਗਦੀ ਕਿ ਜੇ ਵੀ US ਨੇ ਕਿਵੇਂ ਆਪਣੀ ਮਾਰਕੀਟ ਨੂੰ ਅੱਛੇ ਬੈਟਰ ਰੂਲਸ ਨਾਲ ਪ੍ਰੋਟੈਕਟ ਕੀਤਾ ਹੋਇਆ। ਹਾਂਜੀ, there's a big difference। ਅਤੇ ਔਰ ਅਸੀਂ ਵੀ ਇੱਥੇ ਲਰਨ ਕਰ ਸਕਦੇ ਹਾਂ। ਬਿਲਕੁਲ। ਨਹੀਂ ਤਾਂ ਕਿਉਂਕਿ ਹੁਣ ਉੱਥੇ ਸਭ ਤੋਂ ਵੱਡੀ ਇੰਪੋਰਟੈਂਟ ਗੱਲ ਹੈ ਜਿਹੜਾ ਇਹ ਗਰੋਥ ਰੇਟ ਹੈ, ਇਹ ਪਿਛਲੇ ਕਿੰਨੇ ਕੁ ਟਾਈਮ ਤੋਂ ਇਹ ਗਰੋਥ ਰੇਟ ਚੱਲ ਰਿਹਾ। ਐਵਰੀ ਮਾਰਕੀਟ ਇਜ਼ ਡਿਫਰੈਂਟ, ਅਤੇ ਆਪਾਂ ਨੂੰ ਇੱਕ ਮਤਲਬ ਜਨਰਲਾਈਜ਼ ਕਰਨਾ ਤਾਂ ਕਾਫੀ ਮੁਸ਼ਕਿਲ ਹੈ, ਬਟ ਜੇ ਮੈਂ ਹੁਣ ਸਿਰਫ ਆਪਣੇ ਵੈਸਟਰਨ ਨਿਊਯਾਰਕ ਏਰੀਆ ਦੀ ਗੱਲ ਕਰਾਂ, ਫਰੋਮ ਦ ਲਾਸਟ ਲਾਈਕ 8-9 years, year over year average growth is about 6%, anywhere from like 6 to 8%. Somewhere, some years are a little bit slow, some years are a little bit more, but ਜੇ ਤੁਸੀਂ average year over year ਦੇਖੋ ਤਾਂ it's anywhere between 6 to 8%, somewhere in that range. ਔਰ ਕਈ ਏਰੀਆ ਤਾਂ US ਦੇ ਹੋਰ ਵੀ ਥੱਲੇ ਹੋਣਗੇ ਜਿੱਥੇ ਬਹੁਤ ਇਸ ਤੋਂ ਕਿਤੇ ਘੱਟ ਹੁੰਦੀ ਹੋਏਗੀ ਗਰੋਥ। ਹਾਂਜੀ, I'll give you an example. ਮੈਂ ਆਲਮੋਸਟ 12 ਸਾਲ ਮੈਂ ਨਿਊ ਜਰਸੀ, ਨਿਊ ਬਰੰਜ਼ਵਿਕ ਦੇ ਵਿੱਚ ਰਹਿੰਦਾ ਰਿਹਾ, ਅਤੇ ਆਈ ਯੂਜ਼ ਟੂ ਓਨ ਅ ਕੋਂਡੋ ਬੈਕ ਇਨ ਦ ਡੇ, ਅਤੇ ਉਹ ਮੈਂ 2012 ਦੇ ਵਿੱਚ 2.5 ਲੱਖ ਦਾ ਲਿਆ ਸੀਗਾ, ਅਤੇ ਜਦੋਂ I sold it in 2017-2018, and you laugh at this, I sold for the same price that I bought it. 12 ਸਾਲ ਬਾਅਦ। ਹਾਂਜੀ, 8 ਸਾਲ ਬਾਅਦ। ਉਦੋਂ 8 ਸਾਲ ਬਾਅਦ ਜਦੋਂ ਮੈਂ ਵੇਚਤਾ ਉਸ ਤੋਂ ਬਾਅਦ ਉਹ ਐਵਰੀ ਈਅਰ 8% ਵਧਣ ਲੱਗ ਗਿਆ। ਅੱਜ ਦੀ ਡੇਟ ਜੇ ਮੈਂ ਹੁਣ ਦੇਖਾਂ, ਸੋ ਸੇਮ ਕੋਂਡੋ ਇਟਸ ਨਾਟ 250, ਨਾਓ ਇਟਸ ਕਲੋਜ਼ ਟੂ 325, ਮੇਬੀ 350, ਹੈ ਨਾ। ਸੋ ਇਟ ਹੈਜ਼ ਅਪਰੀਸ਼ੀਏਟਡ ਆਫਟਰ ਦੈਟ। ਸੋ ਐਵਰੀ ਮਾਰਕੀਟ ਇਜ਼ ਡਿਫਰੈਂਟ। ਹੁਣ ਜਿਵੇਂ ਆਪਾਂ ਉੱਥੇ ਕੈਲੀਫੋਰਨੀਆ ਸਾਈਡ 'ਤੇ ਜੇ ਆਪਾਂ ਮਾਰਕੀਟ ਦੇਖੀਏ, ਉੱਥੇ ਇਟਸ ਕੰਪਲੀਟਲੀ ਡਿਫਰੈਂਟ। ਦੈਟ ਆਈ ਥਿੰਕ ਇਜ਼ ਵੈਰੀ ਸਿਮਿਲਰ ਟੂ ਦ ਟੋਰਾਂਟੋ ਮਾਰਕੀਟ। ਉੱਥੇ ਇੱਕ ਕੋਂਡੋ ਹੀ ਤੁਹਾਨੂੰ ਮਤਲਬ $1-1.5 million ਦਾ ਮਿਲਦਾ। It's a completely different marketplace altogether. So we cannot, it's hard to generalize, but at least the Western New York market ਦੀ ਗੱਲ ਕਰੀਏ ਤਾਂ in the last 8-9 years, it has appreciated average anywhere between 6 to 8% year over year. ਔਰ ਵੈਸੇ ਜਿਹੜਾ ਇਹ ਇੰਨਾ ਕੁ ਗਰੋਥ ਰੇਟ ਹੈ, ਇਹ ਸਗੋਂ ਚੰਗਾ, ਇਸ ਤੋਂ ਜ਼ਿਆਦਾ ਉੱਤੇ ਜਾਣਾ ਵੀ ਨਹੀਂ ਚਾਹੀਦਾ। ਹਾਂਜੀ, ਸਸਟੇਨੇਬਲ ਹੈ, ਕਿਉਂਕਿ ਅਨਸਸਟੇਨੇਬਲ ਜਦੋਂ ਹੋ ਜਾਂਦੀ ਚੀਜ਼ ਉਦੋਂ ਹੀ ਤਾਂ ਪ੍ਰੋਬਲਮ ਆਉਂਦੀ ਨਾ। ਹੁਣ ਜੋ ਕੁਛ ਅਸੀਂ ਇੱਥੇ ਦੇਖ ਰਹੇ ਹਾਂ, ਹਾਂਜੀ, ਇਟਸ ਅਨਸਸਟੇਨੇਬਲ, ਐਗਜ਼ੈਕਟਲੀ, ਦੈਟਸ ਐਗਜ਼ੈਕਟਲੀ ਰਾਈਟ। ਅਤੇ ਹੋਰ ਕੋਈ ਤੁਹਾਡੇ ਮਨ 'ਚ ਕੋਈ ਸਲਾਹ ਆ ਰਹੀ ਹੈ? ਅਜੇ ਤਾਂ ਕਾਫੀ ਹੋਰ ਚੀਜ਼ਾਂ ਕਰਨ ਦੀ ਆਪਾਂ ਨੂੰ ਲੋੜ ਹੈ, ਬਟ ਵੀ ਆਰ ਆਊਟ ਆਫ ਟਾਈਮ ਆਲਮੋਸਟ। ਹਾਂਜੀ, ਲੰਬੀ ਹੋ ਜਾਏਗੀ। ਹਾਂਜੀ, ਦੈਟਸ ਰਾਈਟ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਥੈਂਕ ਯੂ ਸ਼ਮੀਲ ਜੀ ਫॉर ਹੈਵਿੰਗ ਮੀ। ਅਤੇ ਉਮੀਦ ਹੈ ਕਿ ਸਾਡੀ ਇਹ ਗੱਲਬਾਤ ਥੋੜ੍ਹਾ ਜਿਹਾ ਚੌਕਸ ਕਰਨ 'ਚ ਹੈਲਪ ਕਰੇਗੀ। ਹਾਂਜੀ, ਉਹਨਾਂ ਨੂੰ ਜਿਹੜੇ ਇਸ ਵੇਲੇ ਕਈ ਵਾਰ ਦੇਖਾ ਦੇਖੀ ਦੇ ਚੱਕਰ 'ਚ ਦੌੜ 'ਚ ਪੈਂਦੇ ਨੇ, ਆਪਣਾ ਪੂਰਾ ਹੋਮਵਰਕ ਕਰਨਗੇ ਅਤੇ ਫਿਰ ਹੀ ਉਸ ਪਾਸੇ ਸੋਚਣਗੇ। ਯੈਸ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ।